Beta, we will start from question number 11 today. So current liability is given a 175,000, current ratio already given a 2:1. ठीक है? Current liabilities are 175, current ratio is 2:1. Current liabilities, current ratio given ਆ ਤਾਂ ਇਸ ਇਨਫੋਰਮੇਸ਼ਨ ਦੇ ਬੇਸਿਸ ਤੇ ਪਹਿਲਾਂ ਆਪਾਂ current assets find ਕਰ ਲਾਂਗੇ. So current ratio is current assets over current liabilities. Current ratio already given a 2:1 and current liabilities ने 1,75,000. So we will calculate current assets, that is 1,75,000 into 2. So we will get 3,50,000. Then देखो बेटे ਹੋਰ ਇਨਫੋਰਮੇਸ਼ਨ ਕੀ ਦਿੱਤੀ ਉਹਨਾਂ ਨੇ, it paid 30,000 to a creditor. ਸੋ ਬੇਟਾ ਜਦੋਂ ਅਸੀਂ ਪੇਮੈਂਟ ਕਰ ਦਾਂਗੇ ਕ੍ਰੈਡੀਟਰ ਨੂੰ ਤਾਂ ਉਹਦਾ ਇਫੈਕਟ ਕੀ ਹੋਊਗਾ, ਤੁਸੀਂ ਪੇਮੈਂਟ ਕੀਤੀ ਆ ਤਾਂ ਤੁਹਾਡਾ ਕੈਸ਼ ਡਿਕਰੀਜ਼ ਹੋ ਗਿਆ ਐਂਡ ਕਿਉਂਕਿ ਕ੍ਰੈਡੀਟਰ ਨੂੰ ਅਗਰ ਪੇ ਕਰਾਤਾ ਤਾਂ ਕ੍ਰੈਡੀਟਰ ਵੀ ਡਿਕਰੀਜ਼ ਹੋ ਗਿਆ. ਸੋ ਵਾਟ ਇਜ਼ ਦਾ ਇਫੈਕਟ ਕਿ ਸਾਡਾ ਕਰੰਟ ਐਸੈਟ ਵੀ ਉਸ ਅਮਾਉਂਟ ਨਾਲ ਡਿਕਰੀਜ਼ ਹੋ ਗਿਆ ਐਂਡ ਕਰੰਟ ਲਾਇਬਿਲਿਟੀ ਵੀ ਉਸ ਅਮਾਉਂਟ ਨਾਲ ਡਿਕਰੀਜ਼ ਹੋ ਗਈ. ਤਾਂ ਉਹ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਵਾ ਕਿ ਤੁਸੀਂ ਆਫਟਰ ਪੇਮੈਂਟ ਆਪਣੀ ਕਰੰਟ ਰੇਸ਼ੋ ਕੈਲਕੂਲੇਟ ਕਰੋ. ਤਾਂ ਆਫਟਰ ਪੇਮੈਂਟ ਕਰੰਟ ਰੇਸ਼ੋ ਕਿੰਨੀ ਹੋ ਜਾਊਗੀ, ਸੋ ਕਰੰਟ ਐਸੈਟਸ ਅਸੀਂ ਡਿਟਰਮਿਨ ਕੀਤੇ ਬਿਫੋਰ ਪੇਮੈਂਟ ਸੀ 3,50,000 ਦੇ ਐਂਡ ਕਰੰਟ ਲਾਇਬਿਲਿਟੀਜ਼ ਗਿਵਨ ਸੀ 1,75,000 ਦੀਆਂ. ਪੇਮੈਂਟ ਕੀਤੀ ਆ 30,000 ਦੀ ਤਾਂ ਕਰੰਟ ਐਸੈਟਸ ਵੀ 30,000 ਨਾਲ ਡਿਕਰੀਜ਼ ਹੋ ਜਾਣਗੇ ਐਂਡ ਕਰੰਟ ਲਾਇਬਿਲਿਟੀਜ਼ ਵੀ. ਸੋ ਕਿੰਨਾ ਕਿੰਨਾ ਆ ਜਾਊਗਾ ਬੇਟੇ, 3,20,000, 1,45,000 and we will get 2.21:1 as answer. Okay, so 2.206 ਬਣ ਰਿਹਾ ਹੋਊਗਾ ਬੇਟਾ ਤੁਹਾਡਾ. 2.206 ਨੂੰ ਤੁਸੀਂ ਰਾਉਂਡ ਆਫ ਕਰਦੇ ਹੋ ਤਾਂ 2.21 ਬਣ ਜਾਂਦਾ. 2.206:1 ਲਿਖਣਾ ਉਹ ਵੀ ਸਹੀ ਆ. So let us read the question first. Ratio of current assets to current liabilities is 1.5:1. Ratio ਦਾ ਆਂਸਰ ਵੀ ਦਿੱਤਾ ਹੋਇਆ, current assets and current liabilities ਦੀ ਵੈਲਿਊ ਵੀ ਦਿੱਤੀ ਹੋਈ ਆ. Then ਉਹ ਕਹਿ ਰਿਹਾ the accountant of the firm is interested in maintaining a current ratio of 2:1. So ਕਹਿੰਦੇ 2:1 ਬਣਾਉਣੀ ਆ current ratio. ਕਿਵੇਂ ਬਣਾਉਣੀ ਆ, by paying off a part of the current liabilities. ਉਹ ਕਹਿੰਦੇ ਕਰੰਟ ਲਾਇਬਿਲਿਟੀਜ਼ ਦਾ ਸਰਟਨ ਪਾਰਟ ਪੇ ਆਫ ਕਰਾ ਕੇ ਅਸੀਂ 2:1 ਤੇ ਲਿਆਉਣਾ ਆਪਣੀ ਕਰੰਟ ਰੇਸ਼ੋ ਨੂੰ. ਸੋ ਯੂ ਆਰ ਸਪੋਜ਼ ਟੂ ਕੰਪਿਊਟ ਦੀ ਅਮਾਊਂਟ ਆਫ ਕਰੰਟ ਲਾਇਬਿਲਿਟੀਜ਼ that should be paid so that current ratio at the level of 2:1 may be maintained. ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਬੇਟੇ, ਜਦੋਂ ਕਰੰਟ ਲਾਇਬਿਲਿਟੀ ਅਸੀਂ ਪੇ ਆਫ ਕਰਾਵਾਂਗੇ ਤਾਂ ਉਹਦਾ ਇਫੈਕਟ ਕੀ ਹੋਊਗਾ, ਮਤਲਬ ਕੈਸ਼ ਜਾਊਗਾ ਨਾ ਬਿਜ਼ਨਸ ਚੋਂ ਐਂਡ ਓਵਰਲੀ ਲਾਇਬਿਲਿਟੀ ਵੀ ਡਿਕਰੀਜ਼ ਹੋ ਜੂਗੀ. ਮਤਲਬ ਕਰੰਟ ਐਸੈਟ ਐਂਡ ਕਰੰਟ ਲਾਇਬਿਲਿਟੀ ਸੇਮ ਅਮਾਉਂਟ ਨਾਲ ਡਿਕਰੀਜ਼ ਹੋ ਜਾਣਗੇ. ਸੋ ਹੁਣ ਅਗਰ ਆਪਾਂ ਦੇਖੀਏ ਕਰੰਟ ਰੇਸ਼ੋ ਇਜ਼ ਕਰੰਟ ਐਸੈਟਸ ਓਵਰ ਕਰੰਟ ਲਾਇਬਿਲਿਟੀ. ਸੋ ਦੇਖੋ ਬੇਟੇ ਕਰੰਟ ਐਸੈਟਸ 3 ਲੱਖ ਦੇ ਗਿਵਨ ਆ, ਕਰੰਟ ਲਾਇਬਿਲਿਟੀਜ਼ 2 ਲੱਖ ਦੀਆਂ ਗਿਵਨ ਨੇ ਐਂਡ ਰੇਸ਼ੋ ਇੰਨੀ ਸੀਗੀ ਸਾਡੇ ਕੋਲੇ, ਰਾਈਟ. ਬਟ ਆਪਾਂ ਮੇਨਟੇਨ ਕਰਨੀ ਆ 2:1. ਸੋ ਹੇਅਰ ਆਈ ਐਮ ਰਾਈਟਿੰਗ 2:1. ਸੋ ਇਹ 2:1 ਬਣਾਉਣ ਲਈ ਅਸੀਂ ਕੁਛ ਲਾਇਬਿਲਿਟੀ ਮਤਲਬ ਸਰਟਨ ਕਰੰਟ ਲਾਇਬਿਲਿਟੀ ਪੇ ਕਰਾਉਣੀ ਆ, ਪਰ ਸਾਨੂੰ ਨਹੀਂ ਪਤਾ ਕਿੰਨੇ ਦੀ ਪੇ ਕਰਾਉਣੀ ਆ. ਲੈਟ ਦੀ amount of current liability to be paid is equals to x. ਆਪਾਂ x ਲੈਟ ਕਰ ਲਈ, ਸੋ ਆਪਾਂ ਇੱਥੋਂ ਵੀ x ਮਾਈਨਸ ਕਰਤਾ, ਇੱਥੋਂ ਵੀ x ਮਾਈਨਸ ਕਰਤਾ. ਹੁਣ ਸਾਡੇ ਕੋਲ ਇੱਕ ਇਕੁਏਸ਼ਨ ਬਣ ਜੂਗੀ, ਹੈ ਨਾ, and then ਅਸੀਂ ਉਹ equation calculate ਕਰ ਲਵਾਂਗੇ. We will calculate the value of x. So ਕਿਵੇਂ calculate ਕਰਾਂਗੇ, 2 into 2 lakh 4 lakh, then 2 into x, here we will get minus 2x, then 3 lakh minus x. फिर 4 lakh 3 lakh उधरों ਦੀ मैं इधर ले आंदा ਤਾਂ minus ਦਾ ਹੋ ਗਿਆ. 2x ਨੂੰ अगर उधर लेके जावांगे x minus ਦਾ ਸੀ, 2x उधर जाके plus ਦਾ हो जाऊगा. 4 lakh minus 3 lakh 1 lakh minus x plus 2x मतलब 2 minus 1 x आ जाऊगा. So x ਦੀ value मिल गई 1 lakh. Therefore the amount of liability to be paid is 1 lakh. लास्ट ਤੇ ਤੁਸੀਂ ਇੱਕ ਲਾਈਨ ਚ ਲਿਖ ਦਿਓ.
ठीक है। Therefore, the amount of current liability to be paid is rupees 1 lakh. Okay. Ratio of current assets to current liabilities is 2.5 is to 1. So current asset, current liability is given. In this question again, they are saying कि अपा ideal ratio 2 is to 1 maintain करनी है. But this time we are supposed to purchase the goods on credit. पिछले question ਦੇ ਵਿੱਚ ਅਸੀਂ ਕੀ ਕੀਤਾ ਸੀਗਾ? ਅਸੀਂ liabilities pay off ਕਰਾਈਆਂ ਸੀਗੀਆਂ and ਇਸ question ਦੇ ਵਿੱਚ ਅਸੀਂ goods purchase ਕਰ ਰਹੇ ਹਾਂ on credit. So compute the amount that should be purchased on credit. So let the amount of goods purchased is equals to x. So बेटे ਜਦੋਂ ਤੁਸੀਂ goods purchase ਕਰੋਗੇ on credit तो ਉਹਦਾ effect ਕੀ ਹੋਊਗਾ? ਇੱਕ ਤਾਂ ਤੁਹਾਡਾ stock increase ਹੋ ਜਾਊਗਾ है ना, and दूसरा ਤੁਹਾਡੇ creditors increase हो जाएंगे. So current assets and current liabilities दोनों increase हो जाएंगे. So current ratio is current assets over current liabilities. Ratio ideal maintain करनी है 2 is to 1. Current assets are 8,75,000. Current liabilities are 3,50,000. And ideal maintain करन लिए ਆਪਾਂ certain goods जो buy करने आ वो add करांगे है ना, plus x क्योंकि साडा asset भी increase हो रहा है and liability भी. Then again बेटे ਆਪਾਂ same way equation बना लांगे 3,50,000 plus x 8,75,000 plus x. So here we will get 7 lakh plus 2x 8,75,000 plus x. So this time देखो बेटे मैं किवें solve कर रही हूँ 2x इधर ही रखिया over x इधर आके minus दा हो गया then 8,75,000 minus 7 lakh. So 2x minus x x and 875 minus 7 lakh 1,75,000. समझे? So beta let us solve question number 14. A firm had current assets of 5 lakh. It paid current liabilities of 1 lakh and the current ratio became 2 is to 1. Means question च current liabilities beta given नहीं हैगियां. उन्होंने ये क्या कि ਅਸੀਂ 1 lakh ਦੀਆਂ current liabilities pay कराइयां ने. And ਸਾਡੀ current ratio कितनी बन गई आ payment कराउण तो बाद 2 is to 1. So we are supposed to determine the current liabilities and working capital. And the twist is कि ਅਸੀਂ before and after the payment जो आ current liabilities and working capital calculate करनी आ. ठीक है. So सब तो पहला देखो बेटा current ratio ਦਾ formula ਕੀ ਹੁੰਦਾ ਵਾ current assets over current liabilities and current ratio already given ਆ 2 over 1. So 2 is to 1 ratio given है and a ratio च उन्होंने सानू एक main important line की दिती आ that current liabilities of 1 lakh were paid. So अगर current liabilities तुसी pay कराओगे तो थोड़ी current liability तो decrease करूगी ही. But if you have made the payment, अगर तुसी payment कीती आ current liability दी तो थोड़ा cash भी तो decrease होगा. So same amount नाल थोड़े current assets भी decrease हो जाएंगे and current liability भी decrease हो जाएगी. Right? Then तुसी अपनी equation बनाओगे and current liability दी value calculate करोगे. So here we will get 4 lakh. टू लैख उधर जाके ऐड हो जाऊगा. Then आवड़ा जो 2 आ उधर जाके डिवाइड दा हो जाऊगा. So we will get 6 lakh divided by 2. Hence साडियां current liabilities किन्ने दियां बन गईयां 3 lakh. So बेटे हुण तुहानू उन्हां ने क्वेश्चन च की पुछया होया वा कि तुसी बिफोर एंड आफ्टर पेमेंट जो आ करंट लाइबिलिटीज एंड वर्किंग कैपिटल कैलकुलेट करनी आ. सो सब तो पहला बिफोर पेमेंट अगर आपां कैलकुलेट करना होवे सो पेमेंट तो पहला साडे कोले करंट लाइबिलिटीज किन्ने दियां बन रहीआं ने
सानू डायरेक्टली करंट लाइबिलिटीज का आंसर मिलिया ना 3 लाख सो दिस इज बिफोर पेमेंट राइट एंड अगर असी आफ्टर पेमेंट की गल कर रहे हैं सो वो कह रहे हैं कि 1 लाख दियां लाइबिलिटीज तुसी पे कराइयां ने सो आफ्टर पेमेंट करंट लाइबिलिटीज किन्ने दियां हो जाणगियां 2 लाख दियां राइट एंड वर्किंग कैपिटल अगर बिफोर पेमेंट असी कैलकुलेट कर रहे हैं फार्मूला की हुंदा वर्किंग कैपिटल दा करंट एसेट्स माइनस करंट लाइबिलिटीज सो करंट एसेट्स बिफोर पेमेंट किन्ने दे आ साडे कोले 5 लाख दे एंड करंट लाइबिलिटीज किन्ने दियां ने 3 लाख दियां सो बिफोर पेमेंट अगर आप वर्किंग कैपिटल कैलकुलेट कर रहे हैं सो वी विल कैलकुलेट 5 लाख माइनस 3 लाख एंड कितनी वैल्यू आ जाऊगी 2 लाख हुण अगर आफ्टर पेमेंट कैलकुलेट करना फार्मूला तो सेम ही आ करंट एसेट्स माइनस करंट लाइबिलिटीज बट दिस टाइम असी करंट एसेट्स किन्ने लेने आ जो आफ्टर पेमेंट ने दैट इज 4 लाख एंड करंट लाइबिलिटीज किन्नियां ने आफ्टर पेमेंट 2 लाख सो किवें कैलकुलेट करोगे 4 लाख माइनस 2 लाख तो आंसर कितना आ जाऊगा 2 लाख सो बिफोर पेमेंट करंट लाइबिलिटीज सीगियां 3 लाख दियां आफ्टर पेमेंट हो गया 2 लाख दियां एंड वर्किंग कैपिटल बिफोर एंड आफ्टर पेमेंट सेम ही रह रही है दैट इज 2 लाख ठीक है सो लेट अस मूव टू क्वेश्चन नंबर 15 A firm had current liabilities of 5,40,000. It purchased stock of 60,000 on credit. So उन्होंने stock buy कर लिया वा 60,000 दा on credit. After the purchase of stock purchase करन तो बाद current ratio कितनी होगी या 2:1 and in this question also we are supposed to calculate the current assets and working capital after and before the stock was purchased. So this is very much similar to the previous question. सो बेटे सब तो पहला आपां की करांगे करंट लाइबिलिटीज गिवन ने 5,40,000 दियां एदे बेसिस ते आपां करंट एसेट्स कैलकुलेट कर लिए पहला सो देखो बेटा करंट रेशो इज करंट एसेट्स माइनस करंट लाइबिलिटीज सो स्टॉक परचेज करन तो बाद रेशो कितनी बन रही है 2:1 एंड करंट एसेट्स गिवन नहीं हैगे हुण तुसी ये देखो जदों तुसी स्टॉक क्रेडिट ते परचेज कर रहे हो स्टॉक इनक्रीज होगा प्लस थोड़े क्रेडिटर्स भी इंक्रीज हो जाएंगे सो इट मीनस थोड़े करंट एसेट्स भी इंक्रीज हो रहे हैं एंड करंट लाइबिलिटीज भी इंक्रीज हो रही ने सो जो भी करंट एसेट्स ने वो इंक्रीज हो जाएंगे 60,000 दे नाल एंड द गिवन लाइबिलिटीज आर 5,40,000 वो भी इंक्रीज हो जाएंगियां 60,000 दे नाल सो लाइबिलिटी किन्ने दी होगी या 540 प्लस 60 6 लाख इंटू 2 करोगे so you will get 12 lakh here current assets plus 60,000 so on current assets calculate किवें कर लांगे 12 lakh minus 60,000 so we will get 11 lakh 40,000 so बेटे उन्होंने बिफोर एंड आफ्टर द स्टॉक वाज परचेज्ड थोड़े तो करंट एसेट एंड वर्किंग कैपिटल दी वैल्यू पूछी आ सो बिफोर परचेज and after purchase so purchase करन तो पहला साडे कोले करंट एसेट्स किन्ने दे सीगे 11,40,000 दे एंड जदों असी 60,000 दा स्टॉक होर परचेज कर लिया सो साडे कोले करंट एसेट्स किन्ने दे बन गए आ 11,40,000 plus 60,000 that is 12 lakh so working capital calculate कर लांगे formula is current assets minus current liabilities stock purchase करन तो पहला assets किन्ने दे सीगे 11,40,000 दे and liabilities किन्ने दियां सीगियां 5,40,000 दियां minus करोगे you will get 6 lakh same way बेटा stock purchase करन तो बाद working capital किन्नी बन रही है स्टॉक परचेज कर लिया तो करंट एसेट्स हो गए 12 लाख दे एंड करंट लाइबिलिटीज भी 60,000 नाल इंक्रीज हो गई सो वो हो गई 6 लाख दियां माइनस कितना यू गॉट 6 लाख ठीक है ईजी सो बेटा वैसे तो इस चैप्टर ਦੇ ਵਿੱਚ ਸਾਡੇ ਕੋਲੇ ਮੋਸਟਲੀ ਫਾਰਮੂਲਾ ਬੇਸਡ ਕੁਐਸਚਨਸ ਹੁੰਦੇ ਆ ਸੋ ਆ ਇੱਕ ਸਾਡੇ ਕੋਲੇ ਇੱਕ ਹੋਰ ਟਾਈਪ ਆਫ ਕੁਐਸਚਨਸ ਹੁੰਦੇ ਆ ਜਿਹਦੇ ਚ ਨਾ ਰੇਸ਼ੋ ਆਲਰੇਡੀ ਗਿਵਨ ਹੁੰਦੀ ਆ like they have given us the answer of the ratio कि current ratio बन रही है 2:1
then certain transactions ਦਿੱਤੀਆਂ ਹੋਈਆਂ and they ask you the effect of those transactions on your ratio कि whether उस transaction ਤੋਂ ਬਾਅਦ ਤੁਹਾਡੀ ratio increase ਹੋ ਜਾਊਗੀ means improve ਹੋ ਜਾਊਗੀ या reduce हो जाऊगी decline हो जाऊगी या फिर कोई effect ही नहीं पऊगा कोई change ही नहीं आऊगा ratio च ठीक है सो देखो बेटे क्वेश्चन ਦੇ ਵਿੱਚ करंट रेशो ਦੀ वैल्यू ਦਿੱਤੀ ਹੋਈ ਆ 2:1 सो ਆਪਾਂ किस तरीके ਦੇ ਨਾਲ सॉल्व करांगे सो what you can do is ਤੁਸੀਂ ਨਾ ਕੋਈ imaginary values assume कर सकते हो सो 2:1 ਦਿੱਤਾ ਹੋਇਆ so we can take them as 2 lakh and 1 lakh ठीक है क्योंकि 2 लाख 1 लाख की कटिंग होके 2:1 बन जाऊगा ना सो ये सब तो ईजीएस्ट वे आ क्वेश्चन क्रैक करन दा सब तो पहले च उन्होंने दिता दैट कैश पेड टू ट्रेड पेएबल्स सो ए पार्ट इज दैट वी हैव मेड द पेमेंट ऑफ कैश टू ट्रेड पेएबल्स तो सब तो पहला देखो बेटे दा इफेक्ट की होगा हालांकि ਇਹਦੇ ਚ कोई वैल्यू नहीं दिती हुई सो वी कैन टेक सर्टेन इमेजिनरी वैल्यू सो लेट अस सपोज कि ਅਸੀਂ ट्रेड पेएबल्स ਨੂੰ जो कैश पे ਕੀਤਾ ਨਾ ਉਹ 10,000 ਦਾ पे ਕੀਤਾ ਇਹ ਮੈਂ जस्ट अज्यूम कर रही ਹਾਂ यू कैन अज्यूम एनी अदर वैल्यू आल्सो या फिर चलो ईजी कर लेने आ ਆਪਾਂ 50,000 अज्यूम कर लेने आ ठीक है ਹੁਣ अगर ट्रेड पेएबल्स ਨੂੰ ਅਸੀਂ कैश पे ਕੀਤਾ ਤਾਂ ਇਹਦਾ ਇਫੈਕਟ ਕੀ ਆ ਇੱਕ ਤਾਂ ਤੁਹਾਡਾ कैश डिक्रीज हो ਰਿਹਾ ਦੂਸਰੇ ਤੁਹਾਡੇ ट्रेड पेएबल्स डिक्रीज हो ਰਿਹਾ मीनस करंट एसेट भी डिक्रीज हो रहा करंट लाइबिलिटी भी डिक्रीज हो रही है विद द सेम वैल्यू ਹੁਣ देखो ਅਸੀਂ ਕੀ ਅਜ਼ਿਊਮ ਕੀਤਾ ਹੋਇਆ ਕਿ 2 ਲੱਖ ਦੇ ਕਰੰਟ ਐਸੈਟਸ ਨੇ ਐਂਡ 1 ਲੱਖ ਦੀਆਂ ਕਰੰਟ ਲਾਇਬਿਲਿਟੀਜ਼ ਨੇ ਅਗਰ ਅਸੀਂ ਪੇਮੈਂਟ ਕਰ ਰਹੇ ਹਾਂ ਤਾਂ ਸੇਮ ਅਮਾਉਂਟ ਦੇ ਨਾਲ ਕਰੰਟ ਐਸੈਟਸ ਵੀ ਫਾਲ ਕਰ ਰਹੇ ਆ ਸੇਮ ਅਮਾਉਂਟ ਦੇ ਨਾਲ ਕਰੰਟ ਲਾਇਬਿਲਿਟੀਜ਼ ਵੀ ਫਾਲ ਕਰ ਰਹੀਆਂ ਨੇ ਹੈਂਸ ਕੀ ਵੈਲਿਊ ਬਣ ਜੂਗੀ 1,50,000 ਐਂਡ 50,000 ਹੁਣ ਜਦੋਂ ਇਹਦੀ ਤੁਸੀਂ ਕਟਿੰਗ ਕਰਦੇ ਹੋ ਐਂਡ ਰੇਸ਼ੋ ਫਾਈਂਡ ਕਰਦੇ ਹੋ ਤਾਂ 3:1 ਬਣ ਰਿਹਾ जबकि गिवन रेशो आ 2:1 ਹੁਣ ਜਦੋਂ ਕੰਪੇਅਰ ਕਰ ਰਹੇ ਹੋ ਤਾਂ ਕੀ ਮਿਲ ਰਿਹਾ ਸਾਨੂੰ ਕਿ ਸਾਡੀ ਰੇਸ਼ੋ ਇਨਕਰੀਜ਼ ਕਰ ਰਹੀ ਆ ਸੋ ਆਨਸਰ ਕੀ ਹੋ ਗਿਆ that ratio will improve and ਤੁਸੀਂ ਰੀਜ਼ਨ ਚ ਕੀ ਲਿਖ ਕੇ ਆਓਗੇ because the current assets and current liabilities decrease with the same value ਠੀਕ ਹੈ ਤੁਸੀਂ ਰੀਜ਼ਨ ਵੀ ਲਿਖਣਾ ਹੁੰਦਾ so this is the reason because ਸਾਡੇ current assets और current liability same value ਨਾਲ decrease ਕਰ ਰਹੇ ਆ that is why जो साडी ratio आ वो improve हो जाएगी so B part is bills payable discharged so next बेटे given आ कि bills payable ਅਸੀਂ discharge ਕੀਤਾ so अगर bills payable discharge ਕਰਦੇ ਆ ਤਾਂ ਇਹਦਾ current assets और current liabilities ਤੇ ਕੀ impact ਪਊਗਾ so bills payable ਦੀ payment ਕੀਤੀ ਆ ਤਾਂ definitely ਸਾਡਾ cash decrease ਹੋ ਗਿਆ ਹੋਊਗਾ and liability side तो वो bills payable भी decrease हो गया होगा because we have made the payment so current assets भी decrease कर रहे हैं and current liabilities भी decrease कर रहे हैं so same reason हो गया A part 1 तुसी चाहे इस तरीके नाल solve करके भी देख लो तो same value assume कर सकते हो कि bills payable भी 50,000 ਦਾ ਵਾ ਤਾਂ 50-50 माइनस किता तो रेशो की हो जाएगी improve हो जाएगी तो ਇਹਦਾ आंसर भी की हो गया that ratio will improve and the reason is कि current assets and current liabilities दोनों decrease कर रहे हैं ठीक है so मैं proper details solve नहीं करके दिखा रही because I am assuming कि थोनों clarity होगी या next part है बेटा we are endorsed to a creditor ਤੁਹਾਡੇ ਕੋਲ ਇੱਕ ਬਿਲਸ ਰਿਸੀਵੇਬਲ ਪਿਆ ਸੀਗਾ ਐਂਡ ਉਹ ਬਿਲਸ ਰਿਸੀਵੇਬਲ ਤੁਸੀਂ ਇੰਡੋਰਸ ਕਰਤਾ ਟ੍ਰਾਂਸਫਰ ਕਰਤਾ ਕਿਸੇ ਕ੍ਰੈਡੀਟਰ ਨੂੰ ਤਾਂ ਬਿਲ ਰਿਸੀਵੇਬਲ ਤਾਂ ਡਿਕਰੀਜ਼ ਹੋ ਗਿਆ ਪਲੱਸ ਅਗਰ ਕ੍ਰੈਡੀਟਰ ਨੂੰ ਬੀਆਰ ਦਿੱਤਾ ਵਾ ਤਾਂ ਉਹ ਕ੍ਰੈਡੀਟਰ ਵੀ ਤੁਹਾਡਾ ਡਿਕਰੀਜ਼ ਹੋ ਗਿਆ ਹੋਊਗਾ ਸੋ ਇਹਦਾ ਇਫੈਕਟ ਵੀ ਕੀ ਆ ਤੁਹਾਡੇ ਲਈ ਕਿ ਕਰੰਟ ਐਸੈਟ ਵੀ ਡਿਕਰੀਜ਼ ਕਰ ਰਿਹਾ ਕਰੰਟ ਲਾਇਬਿਲਿਟੀ ਵੀ ਡਿਕਰੀਜ਼ ਕਰ ਰਹੀ ਆ ਸੇਮ ਅਮਾਉਂਟ ਨਾਲ ਕਰੰਟ ਐਸੈਟ ਔਰ ਕਰੰਟ ਲਾਇਬਿਲਿਟੀ ਡਿਕਰੀਜ਼ ਕਰਨਗੇ ਤਾਂ ਰੇਸ਼ੋ ਕੀ ਆ ਇੰਪਰੂਵ ਹੋ ਜਾਊਗੀ ਐਂਡ ਮੈਂ ਤੁਹਾਨੂੰ ਆਲਰੇਡੀ ਸੋਲਵ ਕਰਕੇ ਦਿਖਾ ਚੁੱਕੀ ਆ ठीक है नेक्स्ट देख लेने आ पेमेंट ऑफ फाइनल डिविडेंड ऑलरेडी डिक्लेयर्ड सो बेटा फाइनल डिविडेंड जो ਅਸੀਂ ऑलरेडी डिक्लेयर कर चुके हैं ਜਦੋਂ डिविडेंड डिक्लेयर हो ਜਾਂਦਾ ਤਾਂ करंट लाइबिलिटी ਦਾ ਪਾਰਟ ਬਣ ਜਾਂਦਾ ਹੁਣ ਅਗਰ ਅਸੀਂ ਉਸ डिविडेंड ਦੀ ਪੇਮੈਂਟ ਕਰਤੀ ਤਾਂ ਕੈਸ਼ ਗਿਆ ਹੋਊਗਾ ਐਂਡ ਸਾਡੀ ਜੋ ਕਰੰਟ ਲਾਇਬਿਲਿਟੀ ਆ ਉਹ ਵੀ ਡਿਕਰੀਜ਼ ਹੋ ਗਈ ਹੋਊਗੀ सो करंट एसेट भी डिक्रीज कर रही है करंट लाइबिलिटी भी डिक्रीज कर रही है
hence the ratio will improve. So next देखो बेटा, purchase of stock on credit. अगर ਅਸੀਂ credit ਤੇ stock purchase ਕਰ ਰਹੇ ਹਾਂ ਤਾਂ stock increase ਹੋ ਰਿਹਾ and ਨਾਲ ਦੀ ਨਾਲ ਸਾਡੇ creditors ਵੀ increase ਹੋ ਰਹੇ ਆ, right? Means current asset ਵੀ increase ਹੋ ਰਿਹਾ ਇਸ case and current liability ਵੀ increase ਹੋ ਰਹੀ ਆ. So ਆਪਾਂ imaginary values ਕੀ ਲਈਆਂ ਹੋਈਆਂ ਨੇ ਕਿ 2 ਲੱਖ ਦੇ current assets ਨੇ and 1 ਲੱਖ ਦੀ current liability ਆ. So suppose ਕਰ ਲੈਂਦੇ ਆ ਕਿ ਅਸੀਂ 10,000 ਦਾ stock purchase ਕੀਤਾ. So 10,000 ਦੇ ਨਾਲ current asset increase ਹੋ ਜਾਣਗੇ, 10,000 ਨਾਲ current liability increase ਹੋ ਜੂਗੀ. So it will become 2,10,000 and 1,10,000. ਇਹਨੂੰ solve ਕਰੋਗੇ ਤਾਂ you will get 1.9 something, ਹੈ ਨਾ? ਤਾਂ ratio 2:1 ਸੀ, ਹੁਣ 1.9 something ਬਣ ਰਿਹਾ, ਤਾਂ ratio ਕੀ ਕਰ ਰਹੀ ਆ? Decline ਕਰ ਰਹੀ ਆ ਇਸ case 'ਚ, ਠੀਕ? Now let us move to part F. BR endorsed to a creditor dishonored. So ਜਿਹੜਾ ਅਸੀਂ BR endorse ਕੀਤਾ ਸੀਗਾ, ਹੁਣ ਉਹ dishonor ਹੋ ਗਿਆ. Dishonor ਅਗਰ ਹੋ ਗਿਆ ਤਾਂ ਜੋ ਆਪਾਂ ਪਹਿਲਾਂ ਕੀਤਾ ਸੀ ਹੁਣ reverse ਕਰਨਾ ਪਊਗਾ, ਹੈ ਨਾ? So this time ਜਦੋਂ ਵੀ BR dishonor ਹੁੰਦਾ ਤਾਂ debtor increase ਹੋ ਜਾਂਦਾ ਨਾ. ਇਹ ਆਪਾਂ volume 1 'ਚ ਵੀ ਕੀਤੀਆਂ ਹੋਈਆਂ ਆਹ ਵਾਲੀਆਂ ਚੀਜ਼ਾਂ. ਸੋ ਜਦੋਂ ਵੀ ਸਾਡਾ ਕੋਈ BR ਜਿਹੜਾ ਸੀਗਾ ਅਸੀਂ ਅੱਗੋਂ ਇੰਡੋਰਸ ਕੀਤਾ ਸੀ, ਚਾਹੇ ਡਿਸਕਾਊਂਟ ਕਰਵਾਇਆ ਸੀ, ਜਦੋਂ ਵੀ BR ਸਾਡਾ ਡਿਸਆਨਰ ਹੋ ਜਾਂਦਾ ਤਾਂ ਹਮੇਸ਼ਾ ਡੇਟਰ ਇਨਕਰੀਜ਼ ਹੁੰਦੇ ਆ, ਮੀਨਸ ਕਰੰਟ ਐਸੈਟ ਇਨਕਰੀਜ਼ ਹੋਊਗਾ ਐਂਡ ਜੋ ਕ੍ਰੈਡੀਟਰ ਅਸੀਂ ਪਹਿਲਾਂ ਡਿਕਰੀਜ਼ ਕਰਾਤਾ ਸੀ ਹੁਣ ਉਹ ਕ੍ਰੈਡੀਟਰ ਕੀ ਹੋ ਜਾਊਗਾ? ਇਨਕਰੀਜ਼ ਹੋ ਜਾਊਗਾ. ਸੋ ਕਰੰਟ ਲਾਇਬਿਲਿਟੀ ਵੀ ਇਨਕਰੀਜ਼ ਹੋ ਜਾਊਗੀ. ਸੋ ਯੂ ਕੈਨ ਇਮੈਜਿਨ the same values 10,000 ਵਾਲੀਆਂ, ਚਾਹੇ ਉੱਪਰ ਵਾਲਾ ਕੇਸ ਮੰਨ ਲਓ ਕਰੰਟ ਐਸੈਟ ਕਰੰਟ ਲਾਇਬਿਲਿਟੀ ਜਦੋਂ ਦੋਨੋਂ ਇਨਕਰੀਜ਼ ਹੋ ਰਿਹਾ ਤਾਂ ਸਾਡੀ ਰੇਸ਼ੋ ਕੀ ਕਰ ਰਹੀ ਆ? ਡਿਕਲਾਈਨ. ਜੀ ਪਾਰਟ ਚੋਂ ਕਹਿ ਰਹੇ ਆ ਪਰਚੇਜ਼ ਆਫ ਸਟਾਕ ਇਨ ਟ੍ਰੇਡ ਫॉर ਕੈਸ਼. ਸੋ ਬੇਟਾ ਸਟਾਕ ਪਰਚੇਜ਼ ਕੀਤਾ ਵਾ ਇਨ ਕੈਸ਼. ਸੋ ਦਿਸ ਟਾਈਮ ਅਸੀਂ ਪੇਮੈਂਟ ਜੋ ਆ ਉਹ ਕੈਸ਼ 'ਚ ਕੀਤੀ ਆ. ਸੋ ਸਟਾਕ ਪਰਚੇਜ਼ ਕੀਤਾ ਤਾਂ ਸਟਾਕ ਇਨਕਰੀਜ਼ ਹੋ ਗਿਆ ਹੋ, ਬਟ ਕੋਈ ਲਾਇਬਿਲਿਟੀ ਥੋੜੀ ਨਾ ਕ੍ਰੀਏਟ ਹੋਈ ਆ, ਕੈਸ਼ ਡਿਕਰੀਜ਼ ਹੋ ਗਿਆ ਕਿਉਂਕਿ ਪੇਮੈਂਟ ਕਰਤੀ ਕੈਸ਼. ਸੋ ਕਰੰਟ ਐਸੈਟ ਇਨਕਰੀਜ਼ ਹੋ ਰਿਹਾ ਸੇਮ ਵੈਲਿਊ ਨਾਲ, ਕਰੰਟ ਐਸੈਟ ਡਿਕਰੀਜ਼ ਹੋ ਰਿਹਾ ਸੇਮ ਵੈਲਿਊ ਨਾਲ. ਸੋ 2 ਲੱਖ ਸੀ 1 ਲੱਖ ਸੀ, ਹੈ ਨਾ? ਸੋ ਸਪੋਜ਼ ਕਰ ਲੈਂਦੇ ਆ 10,000 ਦਾ ਸਟਾਕ ਪਰਚੇਜ਼ ਕੀਤਾ ਤਾਂ ਕਰੰਟ ਐਸੈਟ ਇਨਕਰੀਜ਼ ਹੋ ਗਿਆ 10,000 ਨਾਲ, ਬਟ ਨਾਲ ਦੀ ਨਾਲ ਪੇਮੈਂਟ ਕਰਤੀ ਤਾਂ ਕਰੰਟ ਐਸੈਟ ਡਿਕਰੀਜ਼ ਹੋ ਗਿਆ. ਸੋ ਹੈਂਸ ਇਫੈਕਟ ਤਾਂ ਕੋਈ ਨਹੀਂ ਨਾ ਪਿਆ, ਤਾਂ ਬਣ ਤਾਂ 2 ਲੱਖ ਹੀ ਗਿਆ, ਹੈ ਨਾ? ਸੋ ਹੈਂਸ ਸਾਡੀ ਜੋ ਰੇਸ਼ੋ ਆ ਉਹ ਸੇਮ ਹੀ ਰਹੂਗੀ. ਸੋ ਇਸ ਕੇਸ ਦਾ ਸਾਡੀ ਰੇਸ਼ੋ ਤੇ ਕੋਈ ਵੀ ਇਫੈਕਟ ਨਹੀਂ ਪਊਗਾ, ਠੀਕ? Then H part is sale of fixed asset book value of 50,000 and ਅਸੀਂ 45,000 ਦੇ ਵਿੱਚ ਸੇਲ ਕੀਤਾ. ਆਪਾਂ ਪ੍ਰੋਫਿਟ ਲਾਸ ਵਗੈਰਾ ਨਹੀਂ ਦੇਖਣਾ, ਆਪਾਂ ਸਿੰਪਲੀ ਦੇਖਣਾ ਕਿ ਅਗਰ ਅਸੀਂ ਫਿਕਸਡ ਐਸੈਟ ਸੇਲ ਕੀਤਾ ਤਾਂ ਉਹਦਾ ਇਫੈਕਟ ਕੀ ਆ. ਫਿਕਸਡ ਐਸੈਟ ਤੁਸੀਂ 45,000 ਚ ਅਗਰ ਸੇਲ ਕੀਤਾ ਯੂ ਵਿਲ ਰਿਸੀਵ ਦ ਪੇਮੈਂਟ ਇਨ ਕੈਸ਼, ਹੈ ਨਾ? ਤੁਹਾਡਾ ਕਰੰਟ ਐਸੈਟ ਇਨਕਰੀਜ਼ ਕਰ ਰਿਹਾ ਬਟ ਕੋਈ ਲਾਇਬਿਲਿਟੀ ਵਗੈਰਾ ਥੋੜੀ ਨਾ ਕ੍ਰੀਏਟ ਕਰ ਰਹੀ ਆ. ਸੋ ਕਰੰਟ ਲਾਇਬਿਲਿਟੀ ਚ ਕੋਈ ਵੀ ਚੇਂਜ ਨਹੀਂ ਆਊਗਾ. ਸੋ ਆਪਾਂ ਅਗਰ ਰੇਸ਼ੋ ਕੈਲਕੂਲੇਟ ਕਰੀਏ ਹੁਣ 2 ਲੱਖ 1 ਲੱਖ, ਜਦੋਂ ਫਿਕਸਡ ਐਸੈਟ ਤੁਸੀਂ ਸੇਲ ਕੀਤਾ ਯੂ ਹੈਵ ਰਿਸੀਵਡ ਦ ਪੇਮੈਂਟ ਆਫ 45,000 ਤਾਂ ਤੁਹਾਡਾ ਨਿਊਮਰੇਟਰ ਬਣ ਗਿਆ 2,45,000 ਐਂਡ ਡਿਨੋਮੀਨੇਟਰ ਇਜ਼ 1 ਲੱਖ ਐਂਡ ਰੇਸ਼ੋ ਕਿੰਨੀ ਬਣ ਰਹੀ ਆ? 2.45:1. ਸੋ ਇਹਦਾ ਕੀ ਇੰਪੈਕਟ ਪੈ ਰਿਹਾ ਕਿ ਤੁਹਾਡੀ ਰੇਸ਼ੋ ਜੋ ਆ ਉਹ ਇੰਪਰੂਵ ਕਰ ਰਹੀ ਆ, ਠੀਕ ਹੈ? ਲਾਸਟ ਪਾਰਟ ਅਗੇਨ ਸੇਲ ਆਫ ਫਿਕਸਡ ਐਸੈਟ ਬੁੱਕ ਵੈਲਿਊ 50,000 ਦੀ ਆ, ਤੁਸੀਂ 60,000 ਚ ਸੇਲ ਕੀਤਾ. ਤੁਸੀਂ ਪ੍ਰੋਫਿਟ ਔਰ ਲਾਸ ਨਹੀਂ ਦੇਖਣਾ, ਤੁਸੀਂ ਸਿੰਪਲੀ ਦੇਖਣਾ ਕਿ ਸੇਲ ਕਰਨ ਦੇ ਨਾਲ ਯੂ ਆਰ ਰਿਸੀਵਿੰਗ ਦ ਪੇਮੈਂਟ. ਸੋ ਤੁਹਾਡਾ ਕੈਸ਼ ਇਨਕਰੀਜ਼ ਹੋ ਰਿਹਾ ਮੀਨਸ ਕਰੰਟ ਐਸੈਟ ਇਨਕਰੀਜ਼ ਹੋ ਰਿਹਾ ਐਂਡ ਕਰੰਟ ਲਾਇਬਿਲਿਟੀ ਤੇ ਕੋਈ ਇੰਪੈਕਟ ਨਹੀਂ ਪੈ ਰਿਹਾ. ਸੋ same as part H. So again the ratio will improve, ਠੀਕ ਹੈ? ਸੋ ਮੈਂ ਇੱਥੇ ਤੁਹਾਨੂੰ ਸੋਲਵ ਕਰਕੇ ਦਿਖਾਤਾ ਸੀ ਤਾਂ ਦੁਬਾਰਾ ਨਹੀਂ ਦੱਸਿਆ, ਇੱਥੇ ਆਪਾਂ ਪ੍ਰੂਵ ਕਰ ਚੁੱਕੇ ਹਾਂ ਕਿ ਰੇਸ਼ੋ ਇਨਕਰੀਜ਼ ਹੋ ਰਹੀ ਆ, ਠੀਕ ਹੈ? ਐਂਡ ਇੱਥੇ ਵੀ ਕਿਉਂਕਿ ਸੇਮ ਹੀ ਇਫੈਕਟ ਸੀਗਾ ਆਈ ਪਾਰਟ ਦਾ ਵੀ ਤਾਂ ਮੈਂ ਡਾਇਰੈਕਟਲੀ ਲਿਖਤਾ ਕਿ ਜੋ ਰੇਸ਼ੋ ਆ ਉਹ ਇੰਪਰੂਵ ਕਰੂਗੀ, ਠੀਕ? ਸੋ ਬੇਟਾ ਕੁਐਸਚਨ ਨੰਬਰ 17 ਚ ਹੁਣ ਕਰੰਟ ਰੇਸ਼ੋ ਨਹੀਂ ਪੁੱਛੀ, ਲਿਕੁਇਡ ਰੇਸ਼ੋ ਪੁੱਛੀ ਆ, ਠੀਕ ਹੈ? ਸੋ ਇਨਫੋਰਮੇਸ਼ਨ ਕੀ ਗਿਵਨ ਆ? ਕਰੰਟ ਐਸੈਟਸ
ਇਨਵੈਂਟਰੀਜ਼ ਐਂਡ ਪ੍ਰੀਪੇਡ ਐਕਸਪੈਂਸਸ ਸੋ ਲਿਕੁਇਡ ਐਸੈਟਸ ਆਪਾਂ ਕਿਵੇਂ ਕੈਲਕੂਲੇਟ ਕਰਦੇ ਹਾਂ ਕਰੰਟ ਐਸੈਟਸ ਮਾਈਨਸ ਇਨਵੈਂਟਰੀਜ਼ ਮਾਈਨਸ ਪ੍ਰੀਪੇਡ ਐਕਸਪੈਂਸਸ then trade receivables confuse ਕਰਨ ਲਈ ਲਿਖੇ ਹੋਏ ਆ because trade receivables already current assets included ਹੋਣਗੇ ठीक है then we have the value of current liabilities so liquid ratio is liquid assets over current liabilities and liquid assets are current assets minus inventories minus prepaid expenses right so current assets are 4 lakh inventories 1 lakh prepaid expenses 20,000 and current liabilities 1,40,000. So this will be 3 lakh minus 20, 2,80,000 divided by 1,40,000 and we will get 2:1 as our answer. So let us move to question number 18. From the following information, calculate quick ratio. So quick ratio is the other name for liquid ratio. So this time current assets, current liabilities या liquid assets directly नहीं given. साडे कोले information आ total debt, total assets and so on. So let us first calculate current assets, right? So देखो थोने एक formula दसिया सी total assets is the sum total of non-current assets and current assets. So total assets किन्ने given आ बेटे 16 lakh. So we will write 16 lakh here and non-current assets की आ जाऊगा plant property equipment and non-current investments and long-term loans and advances. ठीक है and इत्थों दी ਆਪਾਂ current assets calculate कर सकते हैं so these are our non-current assets so current assets कितने हो जाएंगे this is 8 lakh 16 minus 8 8 so current assets सानू मिल गए आ 8 lakh दे same way we can calculate current liabilities so they have given us total debt this time so total debt is the sum total of non-current liabilities and current liabilities so total debt कितना बेटा 12 lakh non-current liabilities च की आ जाऊगा long term borrowings and long term provisions that is 4 plus 4 8 lakh so we can calculate the value of current liabilities so 12 minus 8 4 lakh so current liabilities हो गया 4 lakh ठीक है ਉਹ ਤੋਂ ਬਾਅਦ quick ratio find ਕਰਨ ਲਈ quick assets means liquid assets ਚਾਹੀਦੇ ਆ so that is current assets minus inventories minus prepaid expenses and question च inventories और prepaid expenses ਦੀ value भी given ਆ so ਆਪਾਂ ਕੀ ਕਰਾਂਗੇ 8 lakh ਚੋਂ inventories and prepaid expenses minus कर दांगे so hence we got 6 lakh ठीक है and quick ratio is quick assets over current liabilities quick assets are 6 lakh current liabilities are 4 lakh therefore quick ratio is 1.5:1 ठीक so let us see question number 19 quick assets given ne 3 lakh de inventory is 80,000 prepaid expenses are 20,000 working capital 2,40,000 and we are supposed to calculate current ratio so देखो बेटे ਸਾਡੇ ਕੋਲੇ quick assets एक formula ਹੁੰਦਾ current assets minus inventory minus prepaid expenses so this time ਸਾਡੇ ਕੋਲੇ quick assets ਦੀ value ਆ quick assets are 3 lakh and ਆਪਾਂ current assets find कर सकते हैं ना because inventory भी पता सानू 80,000 दी आ prepaid expenses are 20,000 so 80 20 1 lakh 1 lakh उधर जाके plus हो जाएगा तो current assets किन्ने बन जाएंगे 4 lakh दी right and working capital is current assets minus current liabilities working capital is 2,40,000 current assets are 4 lakh and we can calculate the value of current liabilities so current liabilities will be 4 lakh minus 2,40,000 so current liability the value कितनी आ गई 160 so current ratio calculate करनी है that is current assets over current liabilities current assets are 4 lakh
current liabilities are 1,60,000. So this will be 2.5:1. सो बेटा क्विक रेशो कैलकुलेट करनी है करंट एसेट्स ने 6 लाख दे इन्वेंट्रीज 1,20,000 एंड वर्किंग कैपिटल इज 5,04,000 राइट सो वर्किंग कैपिटल ਨੂੰ यूज करके ਅਸੀਂ करंट लाइबिलिटीज कैलकुलेट कर सकते हैं पहला current assets are 6 lakh and working capital is 5,04,000 current liabilities will be current assets minus working capital. So it will be 96,000. Then beta quick ratio calculate करनी है तो quick assets पता होने चाहिए that is current assets minus inventories minus prepaid expenses. So current assets are 6 lakh, inventory is 1,20,000, prepaid expenses नहीं given, so we will assume 0. So 6 lakh minus 120 will be 4,80,000. So hence quick ratio will be quick assets over current liabilities. Quick assets are 4,80,000 and current liabilities are 96,000. इन्हां दी cutting करोगे you will get 5:1.